कर रेख पेख को कह ना सकत कहे। अचल मूर्त अनभव प्रकाश अमितोज कहजै। ओट इंद्र इंद्राण साहे साहान गणिजै। त्रिभुवन महीप सुर नर असुर नेत नेत बन तृण कहत। त्वै सर्व नाम कथै कवन। करम नाम वर्णत सुमत। फिरत फिरत प्रभ आया परया तो सरनाए। नानक की प्रभ बेनती अपनी भगति लाए। मैं मूर्ख की केतक बात है कोट पराधी तरियारे। गुरु नानक जिन सुनिया पेखिया से फिर गर्भास ना परियारे। गुरु नानक जिन सुनिया पेखिया से फिर गर्भास न परियारे। फिरत ते मोहि धारी ओट गोपाल। शरण पर्यो पूਰਨ परमेश्वर बिनसे सगल जंजाल। सुरग मिरत पयाल भूमंडल सगल व्यापे माय। जी उदाहरण सब कुल तारण हर हर नाम तिहाय। नानक नाम निरंजन गाइए पाइए सर्ब निधाना। कर कृपा जिस दे स्वामी बिरले काहू जाना। सतनाम श्री वाहिगुरु जी। खोटे खरे सब परखियन तित सच्चै कै दरबारा राम। खोटे दरगह सुटियन उबे करण पुकारा राम। उबे करण पुकारा मुगध गवारा मन मुख जन्म गवाया। विख्या माया जिन जगत भुलाया साचा नाम न पाया। मन मुख संतां नाल वैर कर दुख खट्टे संसारा। खोटे खरे परखियन तित सच्चै दरबारा राम। आप करे किस आखिए होर करना किछु न जाई राम। जित भावै तित लाए सी ज्यों तिस दी वड्याई राम। ज्यों तिस दी वड्याई आप कराई वरियाम न फुसी कोई। जग जीवन दाता करम विधाता आपे बख्शे सोई। गुर प्रसादी आप गवाइए नानक नाम पत पाई। आप करे किस आखिए होर करना किछु ना जाई। वाहिगुरु जी का खालसा वाहिगुरु जी की फतेह। गरीब नवाज अंतरजामी सच्चे पातशाह धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨਕੇ ਭਾਗ ਬੜੇ हैं ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਆਪ ਜੀ ਅਤਿਅੰਤ ਵਡਭਾਗੇ ਹੋ। ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਹਨ। ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਸਰਬ ਆਸਾ ਪੂਰਨ ਕਰਨ ਵਾਲੀ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਬੜੇ ਪ੍ਰੇਮ ਸਹਿਤ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਜੋੜੀਏ। ਸਤਿਗੁਰੂ ਜੀ ਦੀ ਜੋ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਉਹ ਸਰਵਣ ਕਰੀਏ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਕੇ ਦੱਸ ਰਹੇ ਹਨ ਵੀ ਅਕਾਲ ਪੁਰਖ ਦੇ ਦਰਬਾਰ ਵਿੱਚ ਆਪਣੇ ਆਪ ਹੀ ਵਾਹਿਗੁਰੂ ਸਾਰਿਆਂ ਦੇ ਫੈਸਲੇ ਕਰਦਾ ਹੈ। ਖੋਟੇ ਖਰੇ ਦੀ ਪਛਾਣ ਉਸ ਨੂੰ ਹੈ।
ਇਹ ਅਸੀਂ ਕੋਈ ਨਿਰਣਾ ਨਹੀਂ ਕਰ ਸਕਦੇ ਕਿ ਖੋਟਾ ਹੈ ਇਹ ਖਰਾ ਹੈ। ਅਕਾਲ ਪੁਰਖ ਨੂੰ ਪਤਾ ਹੈ, ਕਿਉਂਕਿ ਉਹ ਜਿਹੜੀ ਖੇਡ ਹੈ ਉਹ ਸਾਡੇ ਹੱਥ ਨਹੀਂ, ਉਹ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਦੇ ਹੱਥ ਤੱਕੜੀ ਹੈ। ਅਤੇ ਬੜੀ ਇਹ ਬਰੀਕ ਖੇਡ ਹੈ ਜਿਹੜੀ ਨਾ ਅੱਖਰਾਂ ਰਾਹੀਂ ਬੋਲੀ ਜਾ ਸਕਦੀ ਹੈ ਅਤੇ ਨਾ ਹੀ ਸੰਸਾਰੀ ਬੁੱਧੀ ਨਾਲ ਸਮਝੀ ਜਾ ਸਕਦੀ ਹੈ। ਸੋ ਆਓ ਪ੍ਰੇਮ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੀਸ ਝੁਕਾਈਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਨੂੰ ਵਿਚਾਰੀਏ, ਪੜ੍ਹੀਏ, ਸੁਣੀਏ, ਆਪਣਾ ਜੀਵਨ ਸਫਲਾ ਕਰੀਏ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਖੋਟੇ ਖਰੇ ਸਭ ਪਰਖੀਆਂ, ਤਿਤ ਸੱਚੈ ਕੈ ਦਰਬਾਰਾ ਰਾਮ। ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਫਰਮਾਨ ਕਰ ਰਹੇ ਨੇ ਕਿ ਖੋਟੇ ਅਤੇ ਖਰੇ ਦੀ ਸਾਰਿਆਂ ਦੀ ਪਰਖ ਪਛਾਣ ਵਾਹਿਗੁਰੂ ਨੂੰ ਹੈ। ਉਹ ਸੱਚੇ ਦੇ ਦਰਬਾਰ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਂਦਾ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨ ਪਾਇਨ ਕੂੜਿਆਰ, ਮੋਹਿ ਕਾਲੈ ਦੋਜਕ ਚਾਲਿਆ। ਜਿਨ੍ਹਾਂ ਨੇ ਸੰਸਾਰ ਝੂਠੇ ਨੂੰ ਸੱਚਾ ਮੰਨਿਆ ਹੋਇਆ ਹੈ, ਸਾਡੇ ਵਰਗੇ ਉਹ ਕੂੜਿਆਰ ਜੀਵ ਪਰਮੇਸ਼ਰ ਦੇ ਦਰਬਾਰ ਵਿੱਚ ਜਦੋਂ ਜਾਂਦੇ ਹਨ ਤਾਂ ਉੱਥੇ ਮੱਥੇ ਕਾਲੇ ਹੁੰਦੇ ਹਨ। ਅਤੇ ਜਿਨ੍ਹਾਂ ਪਰਮੇਸ਼ਰ ਦੇ ਅਕਾਲ ਪੁਰਖ ਦੇ ਸਰੂਪ ਸੱਚ ਸਰੂਪ ਨਾਲ ਆਪਣੀ ਸੁਰਤੀ ਜੋੜੀ ਹੈ, ਉਹਨਾਂ ਦੇ ਮੁਖ ਉਜਲੇ ਹੁੰਦੇ ਹਨ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਖੋਟੇ ਖਰੇ ਸਭ ਪਰਖੀਆਂ, ਖੋਟੇ ਖਰਿਆਂ ਦੀ ਸਭ ਦੀ ਪਰਖ ਹੁੰਦੀ ਹੈ। ਤਿਤ ਸੱਚੇ ਕੈ ਦਰਬਾਰਾ ਰਾਮ। ਉਸ ਵਾਹਿਗੁਰੂ ਪਰਮਾਤਮਾ ਦੇ ਸੱਚੇ ਦਰਬਾਰ ਦੇ ਵਿੱਚ ਖੋਟੇ ਦਰਗਹਿ ਸੁੱਟੀਆਂ, ਊਬੇ ਕਰਨ ਪੁਕਾਰਾ ਰਾਮ। ਮਹਾਰਾਜ ਕਹਿੰਦੇ ਜਿਹੜੇ ਖੋਟੇ ਹਨ ਉਹ ਦਰਗਾਹ ਵਿੱਚੋਂ ਸੁੱਟੇ ਜਾਂਦੇ ਹਨ। ਉਗਰ ਗਿਆ ਜੈਸੇ ਖੋਟਾ ਟਬੂਆ, ਨਦਰ ਸਰਾਫਾਂ ਆਇਆ। ਸਰਾਫ ਦੀ ਨਿਗਾਹ ਵਿੱਚ ਖੋਟੇ ਖਰੇ ਦੀ ਪਛਾਣ ਹੁੰਦੀ ਹੈ। ਖੋਟਾ ਰੁਪਈਆ ਲੈ ਕੇ ਤੁਸੀਂ ਸਰਾਫ ਕੋਲ ਜਾਓਗੇ, ਉਸੇ ਵੇਲੇ ਕਹੇਗਾ ਇਹ ਖੋਟਾ ਹੈ, ਇਹ ਨਕਲੀ ਹੈ। ਪਹਿਲਾਂ ਰੁਪਈਏ ਚਾਂਦੀ ਦੇ ਹੁੰਦੇ ਸੀ। ਰੁਪਈਆ ਰੂਪਾ ਸ਼ਬਦ ਤੋਂ ਬਣਿਆ ਹੈ। ਰੂਪਾ ਮੈਨੇ ਚਾਂਦੀ, ਜੋ ਰੂਪਵਾਨ ਹੈ, ਕਿਉਂਕਿ ਚਾਂਦੀ ਨੂੰ ਹੀ ਰੂਪਵਾਨ ਮੰਨਿਆ ਜਾਂਦਾ ਹੈ। ਜੋ ਚਿੱਟੇ ਰੰਗ ਦੀ ਹੈ, ਰੂਪਵਾਨ ਹੋਣ ਕਰਕੇ ਉਸ ਨੂੰ ਰੂਪਾ ਕਿਹਾ ਗਿਆ। ਸੰਸਕ੍ਰਿਤ ਵਿੱਚ ਚਾਂਦੀ ਨੂੰ ਰੂਪਾ ਕਹਿੰਦੇ ਹੈ। ਅਤੇ ਫਿਰ ਉਸੇ ਤੋਂ ਜੋ ਬਣਿਆ ਹੈ ਉਸ ਨੂੰ ਰੁਪਈਆ ਕਹਿੰਦੇ ਆ। ਉਹ ਰੁਪਈਆ ਤੁਸੀਂ ਜਦੋਂ ਸਰਾਫ ਕੋਲ ਲੈ ਕੇ ਜਾਂਦੇ ਹੋ, ਸਰਾਫ ਨੂੰ ਪਰਖ ਹੈ ਧਾਤੂ ਦੀ, ਉਹ ਤਤਕਾਲ ਹੀ ਨਿਰਣਾ ਕਰ ਦਿੰਦਾ ਵੀ ਇਹ ਖੋਟਾ ਹੈ, ਇਹ ਖਰਾ ਹੈ। ਪਰਮੇਸ਼ਰ ਅਕਾਲ ਪੁਰਖ ਤੋਂ ਬਿਨਾਂ, ਸਾਕਸ਼ੀ ਭਾਵ ਤੋਂ ਬਿਨਾਂ ਮਨ ਦੀਆਂ ਬਿਰਤੀਆਂ ਦਾ ਪਤਾ ਨਹੀਂ ਚੱਲਦਾ। ਆਪਣੇ ਆਪ ਵਿੱਚ ਤਾਂ ਹਰ ਕੋਈ ਪੂਰਨ ਹੁੰਦਾ, ਸਭ ਕੋ ਪੂਰਾ ਆਪੋ ਹੋਵੈ, ਘੱਟ ਨਾ ਕੋਈ ਆਖੈ। ਚੋਰੀ ਕਰਨ ਵਾਲਾ, ਠੱਗੀ ਕਰਨ ਵਾਲਾ, ਯਾਰੀ ਕਰਨ ਵਾਲਾ, ਬੇਈਮਾਨੀ ਕਰਨ ਵਾਲਾ, ਧੋਖਾਧੜੀ ਕਰਨ ਵਾਲਾ, ਸਾਰੇ ਪਾਪ ਕਰਨ ਵਾਲਾ ਵੀ ਆਪਣੇ ਆਪ 'ਚ ਇੱਦਾਂ ਸਮਝ ਲੈਂਦਾ ਵੀ ਮੈਂ ਮਜਬੂਰੀ ਨੂੰ ਕਰ ਰਿਹਾ, ਠੀਕ ਹੈ, ਮੈਂ ਆਪਣੀ ਥਾਂ 'ਤੇ ਠੀਕ ਹਾਂ, ਮੇਰੇ ਵੱਸ ਤੋਂ ਬਾਹਰ ਹੈ। ਯਾਨੀ ਆਪਣੇ ਆਪ ਨੂੰ ਤਾਂ ਖੋਟਾ ਰੁਪਈਆ ਵੀ ਖਰਾ ਹੀ ਸਮਝਦਾ ਹੈ। ਪਰ ਜਦੋਂ ਸਰਾਫ ਦੀ ਨਿਗਾਹ ਵਿੱਚ ਆਉਂਦਾ ਹੈ, ਫਿਰ ਪਤਾ ਲੱਗਦਾ ਵੀ ਇਹ ਖੋਟਾ ਹੈ, ਖਰਾ ਹੈ। ਉਹ ਸੱਚੇ ਦਰਬਾਰ ਦੇ ਵਿੱਚ ਸੱਚ ਹੀ ਸੱਚ ਨਿਬੜਨਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਖੋਟੇ ਦਰਗਾਹ 'ਚੋਂ ਬਾਹਰ ਸਿੱਟੇ ਜਾਣਗੇ। ਊਬੇ ਕਰਨ ਪੁਕਾਰਾ ਰਾਮ। ਉੱਥੇ ਉੱਚੀਆਂ ਬਾਹਾਂ ਕਰ ਕਰਕੇ ਪੁਕਾਰਾਂ ਕਰਦੇ, ਹਾਏ ਹਾਏ ਕਰਦੇ ਹੈ।
ਊਬੇ ਕਰਨ ਗਵਾ ਪੁਕਾਰਾ, ਮੁਗਧ ਗਵਾਰਾ, ਮਨਮੁਖ ਜਨਮ ਗਵਾਇਆ। ਖੜੇ ਪੁਕਾਰਾਂ ਕਰੀ ਜਾਂਦੇ ਹੈ, ਉਹ ਮੁਗਧ ਮੂਰਖ ਗਵਾਰ ਮਨਮੁਖ ਆਪਣਾ ਕੀਮਤੀ ਮਨੁੱਖਾ ਜਨਮ ਐਵੇਂ ਹੀ ਗਵਾ ਲੈਂਦੇ। ਕਿਉਂਕਿ ਸਭ ਤੋਂ 84 ਲੱਖ ਜੂਨਾਂ ਤੋਂ ਬਾਅਦ ਜੋ ਆਪਣੇ ਪਰਮਾਤਮਾ ਵਾਹਿਗੁਰੂ ਨਿਰੰਕਾਰ ਨੂੰ ਮਿਲਣ ਦਾ ਸਮਾਂ ਹੈ, ਉਹ ਮਨੁੱਖਾ ਜਨਮ 'ਚ ਹੀ ਮਿਲਿਆ ਹੈ। ਇੱਕ ਵਾਰੀ ਨਹੀਂ, ਸੈਂਕੜੇ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਇਸ ਗੱਲ ਦੀ ਨਸੀਹਤ ਕੀਤੀ ਹੈ, ਤਾੜਨਾ ਕੀਤੀ ਹੈ। ਇਹ ਗੱਲ ਵੱਖਰੀ ਹੈ ਵੀ ਅਸੀਂ ਆਪਣੇ ਕੰਨ ਇੰਨੇ ਪੱਕੇ ਕਰ ਲਏ ਹੈ ਵੀ ਸਾਡੇ ਕੰਨਾਂ ਵਿੱਚ ਗੁਰੂ ਕੀ ਬਾਣੀ ਦਾ ਅਸਰ ਨਹੀਂ ਪੈਂਦਾ। ਸੁਣ ਕੇ, ਪੜ੍ਹ ਕੇ, ਕਥਾ ਕੀਰਤਨ ਕਰਕੇ ਵੀ ਅਸੀਂ ਗੁਰਬਾਣੀ ਦੇ ਤੱਤ ਗਿਆਨ ਨੂੰ ਆਪਣੇ ਅਨੁਭਵ ਵਿੱਚ ਨਹੀਂ ਲਿਆ ਸਕੇ। ਇਸੇ ਕਰਕੇ ਭਾਈ ਗੁਰਦਾਸ ਜੀ ਕਈ ਵਾਰੀ ਲਿਖ ਦਿੰਦੇ ਹੈ ਕਵਿਤ ਸਵਈਆਂ ਵਿੱਚ, ਉਹ ਕਹਿੰਦੇ ਮੈਂ ਪੱਥਰ ਨਾਲੋਂ ਵੀ ਕਠੋਰ ਹਾਂ। ਪੱਥਰ ਪਾਣੀ 'ਚ ਰਹਿ ਕੇ ਸੁੱਕਾ ਰਹਿੰਦਾ, ਸਖਤ ਰਹਿੰਦਾ, ਉਹਦੇ ਵਿੱਚ ਕੋਈ ਅਸਰ ਨਹੀਂ ਪੈਂਦਾ। ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ। ਮੇਰਾ ਸੁਭਾਅ ਵੀ ਇਸੇ ਤਰ੍ਹਾਂ ਦਾ ਹੈ। ਚੰਦਨ ਸਮੀਪ ਬਸ ਬਹਿਮਾ ਨਾ ਜਾਨੀ ਬਾਂਸ। ਚੰਦਨ ਦੇ ਕੋਲ ਰਹਿ ਕੇ ਵੀ ਬਾਂਸ ਨੇ ਉਸ ਚੰਦਨ ਤੋਂ ਸੁਗੰਧੀ ਨਹੀਂ ਲਈ। ਮੈਂ ਵੀ ਆਪਣੀ ਹਉਮੈ ਕਰਕੇ, ਆਪਣੇ ਹੰਕਾਰ ਕਰਕੇ ਗੁਰੂ ਦੇ ਗਿਆਨ ਦੀ ਖੁਸ਼ਬੂ ਨਹੀਂ ਲੈ ਸਕਿਆ। ਇਹ ਮੇਰੀ ਦਸ਼ਾ ਹੈ। ਸੋ ਸਾਧ ਸੰਗਤ ਜੀ, ਜੇ ਅਸੀਂ ਗੁਰਬਾਣੀ ਨੂੰ ਸੁਣੀਏ ਜਾਂ ਗੁਰਬਾਣੀ ਦਾ ਤੀਰ ਸਾਡੇ ਹਿਰਦੇ 'ਚ ਵੱਜੇ, ਫਿਰ ਪਤਾ ਲੱਗੇ ਵੀ ਬਹੁਤ ਕੀਮਤੀ ਸਮਾਂ ਐਵੇਂ ਹੀ ਜਾ ਰਿਹਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ। ਬੜਾ ਦੁਰਲਭ ਜਨਮ ਕੌਡੀਆਂ ਦੇ ਬਦਲੇ ਜਾ ਰਿਹਾ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ, ਮੂੜੇ ਫਿਰ ਪਾਛੈ ਪਛਤਾਹੇ ਰਹੇ। ਇੱਕ ਵਾਰੀ ਨਹੀਂ, ਬਹੁਤ ਵਾਰੀ ਕਿਹਾ ਮਹਾਰਾਜ ਨੇ। ਇੱਥੇ ਵੀ ਕਹਿ ਰਹੇ ਮਨਮੁਖ ਜਨਮ ਗਵਾਇਆ। ਮਨਮੁਖਾਂ ਨੇ ਆਪਣਾ ਜਨਮ ਐਵੇਂ ਹੀ ਗਵਾ ਲਿਆ। ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਸਾਚਾ ਨਾਮ ਨ ਪਾਇਆ। ਇਹ ਜ਼ਹਿਰ ਰੂਪ ਮਾਇਆ ਹੈ। ਵਿਖਿਆ ਨਸ਼ਾ ਚੜ੍ਹਾ ਛੱਡਦੀ ਹੈ, ਉਤਰਦਾ ਹੀ ਨਹੀਂ। ਕਿਸੇ ਨੇ ਕੋਈ ਨਸ਼ਾ ਕੀਤਾ ਹੋਵੇ, 24 ਘੰਟਿਆਂ ਵਿੱਚ 12 ਘੰਟਿਆਂ 'ਚ ਉਤਰ ਜਾਂਦਾ ਹੈ। ਪਰ ਮਾਇਆ ਦਾ ਨਸ਼ਾ ਕਰੋੜਾਂ ਜਨਮਾਂ ਵਿੱਚ ਵੀ ਨਹੀਂ ਉਤਰਦਾ, ਜਿੰਨਾ ਚਿਰ ਪੂਰੇ ਸਤਿਗੁਰੂ ਕਿਰਪਾ ਨਹੀਂ ਕਰਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਜਿਸ ਨੇ ਸੰਸਾਰ ਨੂੰ ਭੁਲਾ ਦਿੱਤਾ ਹੈ। ਸਾਚਾ ਨਾਮ ਨ ਪਾਇਆ। ਇਸ ਜੀਵ ਨੂੰ ਪਰਮਾਤਮਾ ਵਾਹਿਗੁਰੂ ਦਾ ਸੱਚਾ ਨਾਮ ਚੰਗਾ ਹੀ ਨਹੀਂ ਲੱਗਾ। ਇਸ ਨੇ ਨਾਮ ਦੀ ਅਹਿਮੀਅਤ ਨੂੰ ਜਾਣਿਆ ਹੀ ਨਹੀਂ। ਮਨਮੁਖ ਸੰਤਾਂ ਨਾਲ ਵੈਰ ਕਰ, ਦੁੱਖ ਖੱਟੇ ਸੰਸਾਰਾ। ਮਨਮੁਖ ਬੰਦਾ ਸੰਤਾਂ ਨਾਲ ਵੈਰ ਪਾ ਲੈਂਦਾ, ਦੁਸ਼ਮਣੀ ਪਾ ਲੈਂਦਾ, ਅਤੇ ਉਹ ਜੋ ਮਹਾਂਪੁਰਸ਼ ਸਾਧੂ ਸੰਤ ਕਹਿੰਦੇ ਹਨ, ਉਹਨਾਂ ਗੱਲਾਂ ਦੀ ਅਵਹੇਲਨਾ ਕਰਦਾ ਹੈ, ਉਹਨਾਂ ਦੀ ਆਲੋਚਨਾ ਕਰਦਾ ਹੈ, ਉਹਨਾਂ ਦੀ ਨਿੰਦਾ ਕਰਦਾ ਹੈ। ਉਹ ਤਾਂ ਕਹਿੰਦੇ ਭਾਈ ਆਪਣਾ ਭਲਾ ਕਰ, ਅਤੇ ਉਹ ਕਹਿੰਦਾ ਵੀ ਤੁਸੀਂ ਮੈਨੂੰ ਉਪਦੇਸ਼ ਦੇਣ ਵਾਲੇ ਹੁੰਦੇ ਕੌਣ? ਕਹਿੰਦੇ ਬੀਜੜੇ ਨੂੰ, ਚਿੜੀ ਨੂੰ, ਕਿਸੇ ਪੰਛੀ ਨੂੰ ਨਜ਼ਰ ਆਇਆ ਵੀ ਬਾਂਦਰ ਮੀਂਹ ਦੇ ਵਿੱਚ ਭਿੱਜ ਰਿਹਾ ਹੈ, ਠੰਡ ਨਾਲ ਠਰ ਰਿਹਾ ਹੈ, ਅਤੇ ਉਸ ਬੀਜੜੇ ਨੇ ਉਸ ਨੂੰ ਆਖਿਆ, ਕਹਿੰਦਾ ਦੋ ਐ ਕਰ ਦੁਐ ਪੱਗ, ਤੇਰੇ ਦੋ ਹੱਥ ਨੇ, ਦੋ ਪੈਰ ਨੇ, ਦਿਸੀਅਤ ਪੁਰਖ ਆਕਾਰ। ਦਿਸਦਾ ਬੰਦੇ ਵਰਗਾ ਹੈ। ਬਾਂਦਰ ਦੀ ਅਤੇ ਬੰਦੇ ਦੀ ਬਨਾਵਟ ਲਗਭਗ ਇੱਕੋ ਜਿਹੀ ਲੱਗਦੀ ਹੈ। ਦਿਸੀਅਤ ਪੁਰਖ ਆਕਾਰ,
ਸੀਤ ਬਾਤ ਕੇ ਘਾਤ ਹਿਤ ਕਿਉਂ ਨ ਕਰਤ ਅਗਾਰ। ਸੀਤ ਬਾਤ ਗਰਮੀ ਸਰਦੀ ਠੰਡ ਧੁੱਪ ਇਹਨਾਂ ਤੋਂ ਬਚਣ ਲਈ ਘਰ ਕਿਉਂ ਨਹੀਂ ਬਣਾ ਲੈਂਦਾ। ਅੱਗੋਂ ਬਾਂਦਰ ਜੀ ਮਹਾਰਾਜ ਕੀ ਬੋਲੇ, ਉਹ ਕਹਿੰਦੇ ਸੂਚੀ ਮੁਖ ਬਿਬਚਾਰਨੀ ਰੰਡੇ ਪੰਡਤ ਰਾਰ। ਹੇ ਰੰਡੀਏ, ਚਿੜੀ ਨੂੰ ਕਹਿੰਦਾ ਤੂੰ ਸੂਈ ਦੇ ਮੂੰਹ ਵਰਗੀ। ਉਹ ਜਿਹੜੀ ਹੁੰਦਾ ਨਾ, ਉਹ ਬੀਜੜਾ ਹੁੰਦਾ, ਉਹਦੀ ਜਿਹੜੀ ਅੱਗੋਂ ਨੋਹ ਚੋਂਚ ਹੁੰਦੀ ਉਹ ਪਤਲੀ ਹੁੰਦੀ ਹੈ। ਕਹਿੰਦੇ ਸੂਈ ਦੇ ਮੂੰਹ ਵਰਗਾ ਤੇਰਾ ਮੂੰਹ ਹੈ। ਅਤੇ ਬਿਬਚਾਰਨੀ ਰੰਡੀਏ, ਤੂੰ ਪੰਡਤਾਂ ਨੂੰ ਸਾਨੂੰ ਪੜ੍ਹੇ ਲਿਖਿਆਂ ਨੂੰ ਉਪਦੇਸ਼ ਦਿੰਦੀ ਹੈ। ਮੈਂ ਆਪਣਾ ਘਰ ਤਾਂ ਨਹੀਂ ਬਣਾ ਸਕਦਾ, ਪਰ ਤੇਰਾ ਢਾਹ ਜ਼ਰੂਰ ਸਕਦਾ। ਉਹਨੇ ਉਹਦਾ ਵਿਚਾਰੇ ਦਾ ਬੀਜੜੇ ਦਾ ਵੀ ਆਲ੍ਹਣਾ ਤੋੜ ਕੇ ਥੱਲੇ ਸੁੱਟ ਦਿੱਤਾ। ਸੋ ਇਹਨਾਂ ਲੋਕਾਂ ਨੂੰ, ਸੰਸਾਰੀ ਲੋਕਾਂ ਨੂੰ ਸੰਤ ਮਹਾਂਪੁਰਸ਼ ਤਾਂ ਕਹਿੰਦੇ ਭਾਈ ਲਾਹਾ ਲੈ ਲਓ, ਪਰਮੇਸ਼ਰ ਦਾ ਭਜਨ ਕਰ ਲਓ, ਨਾਮ ਜਪ ਲਓ, ਇਹ ਟਾਈਮ ਮੁੜ ਕੇ ਹੱਥ ਨਹੀਂ ਆਉਣਾ। ਐਵੇਂ ਨਾ ਕਿਤੇ ਆਪਣੀ ਹਉਮੈ ਫੂਫਾਂ ਵਿੱਚ ਹੀ ਮਰ ਜਾਇਆ ਜੇ। ਪਰ ਉਹ ਉਹਨਾਂ ਮਹਾਂਪੁਰਸ਼ਾਂ ਨੂੰ ਤਤੀਆਂ ਤਵੀਆਂ 'ਤੇ ਬਿਠਾ ਦਿੰਦੇ ਹੈ, ਉਹਨਾਂ ਨੂੰ ਆਰੇ ਨਾਲ ਚੀਰ ਦਿੰਦੇ ਆ, ਉਹਨਾਂ ਦੇ ਬੰਦ ਕੱਟ ਦਿੰਦੇ ਹੈ, ਉਹਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਤਕਲੀਫਾਂ ਦਿੰਦੇ। ਮਨਮੁਖ ਸੰਤਾਂ ਨਾਲ ਵੈਰ ਕਰ, ਦੁੱਖ ਖੱਟੇ ਸੰਸਾਰ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਆਗੇ ਪਾਛੈ ਸੁਖ ਨਹੀਂ, ਮਰ ਜੰਮੈ ਵਾਰੋ ਵਾਰ। ਖੋਟੇ ਖਰੇ ਪਰਖੀਅਨ, ਤਿਤ ਸੱਚੈ ਦਰਬਾਰਾ ਰਾਮ। ਖੋਟੇ ਖਰੇ ਪਰਖੇ ਜਾਣਗੇ ਉਹ ਸੱਚੇ ਦਰਬਾਰ ਵਿੱਚ। ਫਿਰ ਅੱਗੇ ਹੁਣ ਮਹਾਰਾਜ ਫੈਸਲਾ ਕੁਲ ਬਚਨ ਕਰ ਰਹੇ ਨੇ। ਕਹਿੰਦੇ ਆਪ ਕਰੇ ਕੈਸੇ ਆਖੀਐ, ਹੋਰ ਕਰਨਾ ਕਿਛੂ ਨਾ ਜਾਈ ਰਾਮ। ਇਹ ਸਾਰਾ ਕੁਝ ਜੋ ਵੀ ਹੋ ਰਿਹਾ, ਗੁਰਮੁਖਾਂ ਦਾ ਵਰਤਾਰਾ, ਮਨਮੁਖਾਂ ਦਾ ਵਰਤਾਰਾ, ਖੋਟਿਆਂ ਦਾ ਵਰਤਾਰਾ, ਖਰਿਆਂ ਦਾ ਵਰਤਾਰਾ, ਦੇਵਤਿਆਂ ਦਾ, ਦੈਂਤਾਂ ਦਾ, ਚੋਰਾਂ ਦਾ, ਸਾਧਾਂ ਦਾ, ਜੋ ਵੀ ਵਰਤਾਰਾ ਸੰਸਾਰ ਦੇ ਵਿੱਚ ਹੈ। ਦੋ ਹੀ ਧਰਮ ਨੇ ਸਾਧ ਸੰਗਤ ਜੀ ਦੁਨੀਆ ਵਿੱਚ, ਇੱਕ ਨੇਕੀ ਹੈ, ਇੱਕ ਬਦੀ ਹੈ। ਨੇਕੀ ਬਦੀ ਦਾ ਰੌਲਾ ਹੈ, ਨੇਕੀ ਬਦੀ ਦੀ ਲੜਾਈ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਲਿਖਦੇ ਨੇ ਕਿ ਆਪ ਵਾਹਿਗੁਰੂ ਜੀ ਨੇ ਦੇਵਤੇ ਬਣਾਏ ਹਨ, ਆਪ ਹੀ ਦੈਂਤ ਬਣਾਏ ਹਨ। ਸਿਰਜੇ ਦਾਨੋ ਦੇਵਤੇ, ਤਿੰਨ ਅੰਦਰ ਬਾਦ ਰਚਾਇਆ। ਉਹਨਾਂ ਦੇ ਅੰਦਰ ਵਾਦ ਵਿਵਾਦ ਪਾ ਦਿੱਤਾ ਹੈ। ਉਹ ਦੇਵਤੇ ਦੇ ਦੈਂਤ ਜੁਗਾਂ ਜੁਗਾਂ ਤੋਂ ਲੜਦੇ ਰਹਿੰਦੇ। ਅੱਜ ਵੀ ਉਹੀ ਕੁਛ ਹੋ ਰਿਹਾ ਹੈ। ਚੰਗੇ ਨੇਚਰ ਵਾਲਾ ਬੰਦਾ ਚੰਗੀ ਗੱਲ ਕਰਦਾ ਅਤੇ ਬੁਰੇ ਨੇਚਰ ਵਾਲਾ ਬੰਦਾ ਬੁਰੀ ਗੱਲ ਕਰਦਾ ਹੈ। ਚੰਗੇ ਨੇਚਰ ਵਾਲਾ ਸਮਾਜ ਨੂੰ ਪਿਆਰ, ਹਮਦਰਦੀ, ਹਲੀਮੀ, ਚੰਗੇ ਗੁਣ 'ਚ ਰਹਿਣਾ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਮਾੜੀਆਂ ਬਿਰਤੀਆਂ ਵਾਲਾ ਕਲਾ ਕਲੇਸ਼, ਲੜਾਈ ਝਗੜੇ ਪਵਾ ਕੇ ਖੁਸ਼ ਹੁੰਦਾ ਹੈ। ਹਿੰਦੂ ਸਿੱਖ ਦੀ ਕੋਈ ਲੜਾਈ ਨਹੀਂ, ਹਿੰਦੂ ਮੁਸਲਮਾਨ ਦੀ ਕੋਈ ਲੜਾਈ ਨਹੀਂ, ਪਾਕਿਸਤਾਨ ਅਤੇ ਹਿੰਦੁਸਤਾਨ ਦੀ ਕੋਈ ਲੜਾਈ ਨਹੀਂ, ਚਾਈਨਾ ਅਤੇ ਭਾਰਤ ਦੀ ਕੋਈ ਲੜਾਈ ਨਹੀਂ, ਕਿਸੇ ਸੁਸਾਇਟੀ ਦੀ, ਕਿਸੇ ਕਮੇਟੀ ਦੀ ਕੋਈ ਲੜਾਈ ਨਹੀਂ। ਲੜਾਈ ਤਾਂ ਸਿਰਫ ਨੇਕੀ ਬਦੀ ਦੀ ਹੈ। ਜਦੋਂ ਬੰਦੇ ਦੇ ਮਨ 'ਚ ਬਦੀ ਆਉਂਦੀ ਹੈ, ਉਹ ਇਹੋ ਜਿਹੇ ਉਪਦਰਵ ਖੜ੍ਹੇ ਕਰ ਦਿੰਦਾ ਹੈ ਅਤੇ ਉਹ ਦੂਸਰਿਆਂ ਦਾ ਮਨ ਵੀ ਖਰਾਬ ਕਰਦਾ ਹੈ। ਕਲਹ ਕਲੇਸ਼, ਲੜਾਈਆਂ ਝਗੜੇ, ਜੰਗ ਜੰਦਾਲ, ਬਹੁਤ ਕੁਛ ਹੁੰਦਾ ਹੈ। ਅਤੇ ਮਹਾਰਾਜ ਕਹਿੰਦੇ ਇਹ ਸਾਰਾ ਕੁਝ ਉਸ ਅਕਾਲ ਪੁਰਖ ਦੀ ਰਜਾ ਵਿੱਚ ਹੁੰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪੇ ਦੈਂਤ ਲਾਏ ਦਿੱਤੇ ਸੰਤ ਜਨਾਂ ਕੋ, ਆਪੇ ਰਾਖਾ ਹੋਈ। ਆਪ ਹੀ ਕਰ, ਆਪ ਕਰੇ ਕੈਸੇ ਆਖੀਏ। ਕਿਹਨੂੰ ਆਖੀਏ? ਉਲਾਂਭਾ ਕਿਹਨੂੰ ਦਈਏ? ਉਲਾਂਭਾ ਕਿਹਨੂੰ ਦਈਏ ਵੀ ਤੂੰ ਆਹ ਗਲਤ ਕਰ ਰਿਹਾ? ਕਿਉਂਕਿ ਉਹ ਵੀ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਜਿਹੋ ਜਿਹਾ ਬਣਾਇਆ ਹੋਇਆ ਨਾ, ਉਹ ਉਹੋ ਜਿਹਾ ਹੀ ਕੰਮ ਕਰੇਗਾ। ਵਾਹਿਗੁਰੂ ਨੇ, ਪਰਮੇਸ਼ਰ ਨੇ ਜਿਹੋ ਜਿਹਾ ਬਣਾਇਆ ਉਹੋ ਜਿਹਾ। ਜਦੋਂ ਮਹਾਰਾਜ ਕ੍ਰਿਸ਼ਨ ਜੀ ਨੇ ਕਾਲੀ ਨਾਗ ਨੂੰ ਨੱਥਿਆ ਸੀ
ਤਾਂ ਕਾਲੀ ਨਾਗ ਜਿਹੜਾ ਉਹ ਜਮਨਾ ਦੇ ਵਿੱਚ ਬਹੁਤ ਪਰੇਸ਼ਾਨੀ ਦਿੰਦਾ ਸੀ, ਜ਼ਹਿਰ ਫੈਲਾ ਦਿੰਦਾ ਸੀ, ਬਹੁਤ ਵੱਡਾ ਨਾਗ ਸੀ ਉਹ। ਉਹਦੀਆਂ ਪਤਨੀਆਂ ਵੀ ਸਨ ਨਾਗਣਾ। ਭਗਵਾਨ ਕ੍ਰਿਸ਼ਨ ਜੀ ਛਾਲ ਮਾਰ ਕੇ ਉਹਦੇ ਫਣ ਦੇ ਉੱਤੇ ਜਾ ਪਏ, ਬਹੁਤ ਜ਼ੋਰ ਨਾਲ ਅੱਡੀਆਂ ਮਾਰੀਆਂ ਅਤੇ ਕਾਲੀ ਨਾਗ ਮਦਹੋਸ਼ ਬੇਹੋਸ਼ ਕਰ ਦਿੱਤਾ। ਜਦੋਂ ਕਾਲੀ ਨਾਗ ਨੂੰ ਬੇਹੋਸ਼ ਕਰ ਦਿੱਤਾ ਅਤੇ ਉਹਨਾਂ ਦੀਆਂ ਜਿਹੜੀਆਂ ਪਤਨੀਆਂ ਸਨ ਨਾਗ ਦੀਆਂ, ਨਾਗਣਾ, ਉਹ ਸਾਰੀਆਂ ਇਕੱਠੀਆਂ ਹੋ ਕੇ ਆਈਆਂ, ਕਹਿਣ ਲੱਗੀਆਂ ਮਹਾਰਾਜ ਠੀਕ ਹੈ ਵੀ ਸਾਡੇ ਪਤੀ ਤੋਂ ਗਲਤੀਆਂ ਹੋਈਆਂ ਨੇ, ਸਾਡੇ ਤੋਂ ਵੀ ਹੋਈਆਂ ਨੇ, ਪਰ ਕਸੂਰ ਕਿਹਦਾ? ਕਸੂਰ ਕਿਹਦਾ? ਭਗਵਾਨ ਕ੍ਰਿਸ਼ਨ ਜੀ ਕਹਿੰਦੇ ਤੁਸੀਂ ਦੱਸੋ। ਕਹਿੰਦੇ ਤੁਹਾਡਾ। ਆਖੋ ਸ੍ਰੀ ਵਾਹਿਗੁਰੂ। ਦਸਵੇਂ ਪਾਤਸ਼ਾਹ ਨੇ ਬਹੁਤ ਸੋਹਣੀ ਪੰਕਤੀ ਲਿਖੀ ਹੈ, ਅੰਮ੍ਰਿਤ ਦੇਤ ਵਹੀ ਹਮ ਲਿਆਵਤ, ਬਿਖ ਦਈ ਵਹੀ ਹਮ ਲਿਆਏ। ਹੇ ਮਹਾਰਾਜ, ਜੇ ਤੁਸੀਂ ਸਾਨੂੰ ਅੰਮ੍ਰਿਤ ਦੇ ਦਿੰਦੇ ਸੱਪਾਂ ਨੂੰ ਅਤੇ ਅਸੀਂ ਅੰਮ੍ਰਿਤ ਲੈ ਆਉਂਦੇ। ਤੁਸੀਂ ਦਿੱਤਾ ਹੀ ਜ਼ਹਿਰ ਹੈ, ਅਸੀਂ ਜ਼ਹਿਰ ਲੈ ਕੇ ਆਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਿਖ ਦਈ ਵਹੀ ਹਮ ਲਿਆਏ। ਸਾਡਾ ਕੀ ਕਸੂਰ ਹੈ? ਜੇ ਸਾਨੂੰ ਤੁਸੀਂ ਸੱਪਾਂ ਨੂੰ ਜ਼ਹਿਰੀਲੇ ਬਣਾਇਆ ਅਤੇ ਅਸੀਂ ਜ਼ਹਿਰੀਲੇ ਹਾਂ। ਹੁਣ ਮਹਾਰਾਜ ਤੁਸੀਂ ਸਾਨੂੰ ਮਾਰ ਦਿਓ। ਮਹਾਰਾਜ ਨੇ ਉਸ ਸੱਪ ਦੀ ਜਾਨ ਬਖਸ਼ ਦਿੱਤੀ ਸੀ, ਮਾਰਿਆ ਨਹੀਂ ਸੀ ਉਹਨੂੰ। ਕਾਲੀ ਨੱਥ ਕਿਆ ਵੱਡਾ ਪਿਆ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ। ਕਾਲੀ ਨਾਥ ਨੂੰ ਮਹਾਰਾਜ ਜੀ ਨੇ, ਕ੍ਰਿਸ਼ਨ ਜੀ ਨੇ ਜੀਵਨ ਦਾਨ ਵੀ ਦਿੱਤਾ ਅਤੇ ਉਹਨੂੰ ਆਖਿਆ ਵੀ ਦੱਖਣ ਨੂੰ ਚਲਾ ਜਾ, ਇੱਥੋਂ ਛੱਡ ਦੇ। ਇਹ ਜਿਹੜੀ ਜਗ੍ਹਾ ਮੇਰੀ ਹੈ, ਮੈਂ ਇੱਥੇ ਘੁੰਮਣਾ ਫਿਰਨਾ, ਮੇਰੇ ਨਾਲ ਗਵਾਲੇ ਆਉਂਦੇ ਆ, ਬੱਚੇ ਨਹਾਉਂਦੇ ਜਮਨਾ 'ਚ, ਤੂੰ ਇਹ ਜਗ੍ਹਾ ਛੱਡ ਦੇ। ਤੋ ਕਾਲੀ ਨਾਗ ਆਪਣੀਆਂ ਸਾਰੀਆਂ ਛੱਪੜੀਆਂ ਲੈ ਕੇ ਕਹਿੰਦੇ ਦੱਖਣ ਦੇਸ਼ ਨੂੰ ਚਲਾ ਗਿਆ ਸੀ। ਇਹ ਕਥਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕ੍ਰਿਸ਼ਨਾ ਅਵਤਾਰ ਦੇ ਅੰਤਰਗਤ ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਢੰਗ ਨਾਲ ਲਿਖੀ ਹੈ। ਅਤੇ ਇਹ ਪੰਕਤੀ ਉੱਥੇ ਬਹੁਤ ਕਮਾਲ ਖਿੱਚ ਪਾਉਂਦੀ ਹੈ। ਮੈਂ ਕਈ ਵਾਰੀ ਪੜ੍ਹਦਾ ਜਦੋਂ, ਕਹਿੰਦੇ ਅੰਮ੍ਰਿਤ ਦੇ ਤੇ ਵਹੀ ਹਮ ਲਿਆਵਤ। ਜੇ ਅੰਮ੍ਰਿਤ ਦੇ ਦਿੰਦੇ ਮਹਾਰਾਜ, ਅਸੀਂ ਅੰਮ੍ਰਿਤ ਲੈ ਆਉਂਦੇ। ਬਿਖ ਦਈ ਵਹੀ ਹਮ ਲਿਆਏ। ਸਾਨੂੰ ਜ਼ਹਿਰ ਦਿੱਤਾ, ਅਸੀਂ ਕੀ ਕਰੀਏ? ਤੋ ਆਪ ਕਰੇ। ਸਾਰਾ ਕੁਝ ਆਪ ਕਰਦਾ। ਕਿਸ ਆਖੀਏ, ਕਿਹਨੂੰ ਆਖੀਏ? ਹੋਰ ਕਰਨਾ ਕਿਛੂ ਨਾ ਜਾਈ ਰਾਮ। ਉਸ ਦੀ ਰਜਾ ਤੋਂ ਬਾਹਰ, ਉਹਦੇ ਹੁਕਮ ਤੋਂ ਬਾਹਰ ਕੁਛ ਕੀਤਾ ਵੀ ਨਹੀਂ ਜਾ ਸਕਦਾ। ਕੁਛ ਨਹੀਂ ਕੀਤਾ ਜਾ ਸਕਦਾ। ਚੰਗਾ ਨਹੀਂ ਕੀਤਾ ਜਾ ਸਕਦਾ, ਮਾੜਾ ਨਹੀਂ ਕੀਤਾ ਜਾ ਸਕਦਾ। ਜਿਤ ਭਾਵੈ ਤਿਤ ਲਾਏ ਸੀ, ਜਿਉਂ ਤਿਸ ਦੀ ਵਡਿਆਈ ਰਾਮ। ਉਹ ਜਿੱਥੇ ਉਹਨੂੰ ਚੰਗਾ ਲੱਗਦਾ ਉੱਥੇ ਲਾ ਦਿੰਦਾ, ਉੱਥੇ ਖੜਾ ਕਰ ਦਿੰਦਾ। ਜਿਵੇਂ ਉਹਦੀ ਵਡਿਆਈ ਹੁੰਦੀ ਹੈ ਉਹ ਉੱਦਾਂ ਹੀ ਕਰਦਾ। ਜਿਉਂ ਤਿਸ ਦੀ ਵਡਿਆਈ ਆਪ ਕਰਾਈ। ਜਿਵੇਂ ਉਹਦੀ ਵਡਿਆਈ ਹੁੰਦੀ ਉਹ ਆਪ ਕਰਾਉਂਦਾ। ਵਰਿਆਮ ਨਾ ਫੁਸੀ ਕੋਈ। ਇਸ ਦੁਨੀਆ 'ਤੇ ਨਾ ਕੋਈ ਸੂਰਮਾ ਹੈ, ਨਾ ਕੋਈ ਕਾਇਰ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਰਿਆਮ ਕਹਿੰਦੇ ਸੂਰਮੇ ਨੂੰ, ਯੋਧੇ ਨੂੰ, ਮਰਦ ਨੂੰ, ਅਤੇ ਫੁੱਸੀ ਕਹਿੰਦੇ ਨਪੁੰਸਕ ਨੂੰ। ਜਿਵੇਂ ਆਪਾਂ ਪੰਜਾਬੀ 'ਚ ਆਮ ਕਹਿੰਦੇ ਫੋਸੜੀ ਹੈ, ਇਹ ਕਹਿ ਦਿੰਦੇ ਸ਼ਬਦ, ਇਹ ਉੱਥੋਂ ਬਣਿਆ, ਨਪੁੰਸਕ ਤੋਂ ਬਣਿਆ। ਕਹਿੰਦੇ ਵਰਿਆਮ ਨਾ ਫੁੱਸੀ ਕੋਈ। ਨਾ ਇੱਥੇ ਕੋਈ ਵਰਿਆਮ ਹੈ ਭਾਵ ਸੂਰਮਾ, ਨਾ ਇੱਥੇ ਕੋਈ ਨਪੁੰਸਕ ਹੈ। ਜਿਹਨੂੰ ਵਾਹਿਗੁਰੂ ਜਿੱਦਾਂ ਦਾ ਬਣਾਉਂਦਾ ਉੱਦਾਂ ਦਾ ਬਣਦਾ। ਆਖੋ ਸ੍ਰੀ ਵਾਹਿਗੁਰੂ। ਦੁਨੀ ਚੰਦ ਦੇ ਮਨ 'ਚ ਭਰਮ ਪਾ ਤਾ, ਪੈ ਗਿਆ ਭਰਮ। ਉਹ ਰਾਤ ਨੂੰ ਹੀ ਰੱਸਾ ਲਮਕਾ ਕੇ ਕਿਲ੍ਹੇ ਦਾ ਕੰਧ ਦੀਵਾਰ ਟੱਪ ਕੇ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਲੱਤ ਵੀ ਟੁੱਟ ਗਈ। ਘਰ ਜਾ ਕੇ ਮਰ ਵੀ ਗਿਆ ਸੱਪ ਲੜ ਕੇ। ਉਹਨੂੰ ਇਹ ਪ੍ਰਮਾਤਮਾ ਨੇ ਕਲੰਕ ਲਾਉਣਾ ਸੀਗਾ। ਦੂਜੇ ਪਾਸੇ ਬਾਬੇ ਬਚਿੱਤਰ ਸਿੰਘ ਤੋਂ ਹਾਥੀ ਮਰਵਾ ਤਾ, ਮੱਥੇ ਪੜਵਾ ਤੇ ਥਾਪੀ ਦੇ ਤੀ, ਕਲਾ ਵਰਤਾ ਤੀ। ਇਸ ਕਰਕੇ ਸਭ ਖੇਡ ਤਾਂ ਤੇਰੇ ਆਪਣੇ ਹੱਥ ਵਿੱਚ ਹੈ। ਜਦੋਂ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਨਾ, ਭਾਈ ਰਾਮ ਕੁਇਰ ਜੀ ਬ੍ਰਹਮ ਗਿਆਨੀ ਨੇ ਜਿਹੜੀ ਆਪਣੇ ਨਾਲ ਬੀਤੀ ਗੱਲ ਲਿਖੀ ਹੈ, ਉਹ ਕਹਿੰਦੇ ਵੀ ਦੁਨੀ ਚੰਦ ਪਹਿਲਾਂ ਭਾਈ ਦਇਆ ਸਿੰਘ ਦੇ ਘਰ ਗਿਆ। ਕਹਿਣ ਲੱਗਾ ਭਾਈ ਸਾਹਿਬ ਤੁਹਾਡੀ ਗੱਲ ਮਹਾਰਾਜ ਮੋੜਦੇ ਨਹੀਂ, ਉਹਨਾਂ ਨੂੰ ਕਹੋ ਵੀ ਕੱਲ੍ਹ ਹਾਥੀ ਆਉਣਾ ਹੈ ਅਤੇ ਆਪਾਂ ਹਾਥੀ ਦੇ ਆਉਣ ਤੋਂ ਤਾਂ ਕੋਈ ਇਲਾਜ ਕਰ ਨਹੀਂ ਸਕਦੇ। ਬੰਦੇ ਦਾ ਅਤੇ ਹਾਥੀ ਦਾ ਕੀ ਮੁਕਾਬਲਾ ਭਲਾ। ਅਤੇ ਤੁਸੀਂ ਮਹਾਰਾਜ ਨੂੰ ਕਹੋ ਵੀ ਅੱਜ ਰਾਤੋਂ ਰਾਤ ਰਾਜਿਆਂ ਨਾਲ ਸੁਲ੍ਹਾ ਕਰ ਲੈਣ ਅਤੇ ਲੜਾਈ ਟਲ ਜੇ। ਭਾਈ ਸਾਹਿਬ ਕਹਿੰਦੇ ਬਈ ਭਾਈ ਦੁਨੀ ਚੰਦ ਜੀ, ਇਹ ਤਾਂ ਤੁਹਾਨੂੰ ਗੁਰੂ ਸਾਹਿਬ ਮਾਣ ਦੇ ਰਿਹਾ। ਹਾਥੀ ਨੂੰ ਤਾਂ ਉਹ ਕੀੜੀ ਤੋਂ ਵੀ ਮਰਵਾ ਸਕਦੇ ਆ।
ਜੇ ਸਾਹਿਬ ਕੀਟੀ ਬਲ ਧਰੇ ਫੀਲ ਉਸ ਦਾ ਖਾਣਾ। ਜੇ ਕੀੜੀ ਨੂੰ ਬਲ ਦੇ ਦੇ ਤੇ ਉਹ ਕੀੜੀ ਹਾਥੀ ਨੂੰ ਖਾ ਸਕਦੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਲਾ 'ਤੇ ਤੁਸੀਂ ਭਰੋਸਾ ਕਰੋ ਅਤੇ ਤੁਸੀਂ ਡੋਲੋ ਨਾ। ਬੜੀ ਲੰਮੀ ਕਥਾ ਉਹ ਭਾਈ ਸਾਹਿਬ ਦੀ ਆਪਸ 'ਚ ਗੱਲਬਾਤ ਜਿਹੜੀ ਹੋਈ। ਫਿਰ ਭਾਈ ਧਰਮ ਸਿੰਘ ਕੋ ਗਿਆ, ਫਿਰ ਮੋਹਕਮ ਸਿੰਘ ਕੋ ਗਿਆ, ਫਿਰ ਆਲਮ ਸਿੰਘ ਗੜਵਈ ਕੋਲ ਵੀ ਗਿਆ। ਜਿਹੜੇ ਜਿਹੜੇ ਮਹਾਰਾਜ ਦੇ ਬਹੁਤੇ ਨੇੜੇ ਸੀ ਉਹਨਾਂ ਸਾਰਿਆਂ ਕੋਲ ਗਿਆ। ਫਿਰ ਭਾਈ ਰਾਮ ਕੋਇਰ ਕੋਲ ਵੀ ਆਇਆ। ਭਾਈ ਸਾਹਿਬ ਕਹਿੰਦੇ ਮੇਰੇ ਕੋਲ ਰਾਤ ਨੂੰ 12-1 ਵਜੇ ਆਇਆ। ਆ ਕੇ ਕਹਿੰਦਾ ਭਾਈ ਸਾਹਿਬ ਤੁਸੀਂ ਬਾਬੇ ਬੁੱਢੇ ਦੀ ਅੰਸ ਬੰਸ, ਮਾਝੇ ਦੇ ਰਹਿਣ ਵਾਲੇ, ਮੈਂ ਵੀ ਮਾਝੇ ਦਾ, ਅਤੇ ਆਪਾਂ ਇੱਕ ਇਲਾਕੇ ਦੇ ਹਾਂ, ਆਪਾਂ ਮਰਨਾ ਸਵੇਰੇ ਹਾਥੀ ਦੇ ਨਾਲ ਲੜਨਾ ਪੈਣਾ। ਅਤੇ ਤੁਸੀਂ ਮਹਾਰਾਜ ਨੂੰ ਕਹੋ ਗੱਲ ਮੰਨ ਜਾਣ ਤਾਂ ਠੀਕ ਹੈ, ਨਹੀਂ ਤਾਂ ਆਪਾਂ ਦੋਵੇਂ ਚੱਲੀਏ। ਭਾਈ ਰਾਮ ਕੌਰ ਸਾਹਿਬ ਕਹਿੰਦੇ ਵੀ ਤੈਨੂੰ ਹੋ ਕੀ ਗਿਆ, ਕੁਛ ਵੀ ਨਹੀਂ ਹੋਣਾ, ਹਾਥੀ ਤੇਰੇ ਸਾਹਮਣੇ ਕੀ ਚੀਜ਼ ਹੈ, ਉਹਨਾਂ ਦੀ ਕਿਰਪਾ ਨੇ ਲੜਨਾ। ਜਦੋਂ ਭਾਈ ਸੰਤੋਖ ਅਸੋਂ ਜੀ ਲਿਖਦੇ ਆ ਵੀ ਅਗਲੇ ਦਿਨ ਸਤਿਗੁਰੂ ਨੇ ਬਚਿੱਤਰ ਸਿੰਘ ਨੂੰ ਤਿਆਰ ਕੀਤਾ। ਬਾਬਾ ਬਚਿੱਤਰ ਸਿੰਘ ਐਨ ਤਿਆਰ ਬਰ ਤਿਆਰ ਹੋ ਗਏ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਮੈਨੂੰ ਤਾਂ ਕੱਟਾ ਹੀ ਨਜ਼ਰ ਆਉਂਦਾ, ਅਤੇ ਆਪ ਜੀ ਕਰ ਦਿਓ ਕਿਰਪਾ। ਉੱਥੇ ਲਿਖਿਆ ਭਾਈ ਸੰਤੋਖ ਸਿੰਘ ਜੀ ਨੇ, ਉਹ ਕਹਿੰਦੇ ਪਿਖੋ ਲੜਾਈ ਨਿਜ ਕਰੁਣਾ ਕੀ। ਮੇਰੀ ਲੜਾਈ ਨਹੀਂ ਵੇਖਣੀ ਮਹਾਰਾਜ, ਜਿਵੇਂ ਆਪਾਂ ਕਹਿੰਦੇ ਮੇਰੇ ਹੱਥ ਵੇਖਿਆ ਜੇ, ਇਹ ਨਹੀਂ ਕਿਹਾ। ਉਹ ਕਹਿੰਦੇ ਪਿਖੋ ਲੜਾਈ, ਲੜਾਈ ਵੇਖੋ, ਆਪਣੀ ਕਿਰਪਾ ਦੀ ਲੜਾਈ ਵੇਖੋ। ਪਿਖੋ ਲੜਾਈ ਨਿਜ ਕਰੁਣਾ ਕੀ, ਆਪਣੀ ਕਿਰਪਾ ਦੀ ਲੜਾਈ ਵੇਖਿਆ ਜੇ। ਅਤੇ ਉਹ ਕਿਰਪਾ ਨੇ ਕੀ ਕ੍ਰਿਸ਼ਮਾ ਕਰਤਾ ਵੀ 7 ਤਵੇ ਫੌਲਾਦ ਦੇ ਸੀਗੇ ਜਿਹੜੇ ਪਾੜ ਕੇ ਨੇਜਾ ਜਿਹੜਾ ਸੀ ਉਹ ਨਾਗਣੀ ਜਿਹੜੀ ਉਹਦੇ ਦਿਮਾਗ ਤੱਕ ਪਹੁੰਚ ਗਈ। ਇਹ ਸਤਿਗੁਰੂ ਦੀ ਕਿਰਪਾ ਦੀ ਖੇਡ ਹੈ। ਇਸ ਕਰਕੇ ਵਰਿਆਮ ਨਾ ਫੁੱਸੀ ਕੋਈ, ਨਾ ਕੋਈ ਇੱਥੇ ਕਹਿ ਸਕਦਾ ਵੀ ਮੈਂ ਬਹੁਤ ਸੂਰਮਾ ਹਾਂ, ਬਹੁਤ ਬਹਾਦਰ ਹਾਂ, ਮੈਂ ਯੋਧਾ ਹਾਂ। ਮੈਂ ਨਹੀਂ, ਤੈਨੂੰ ਵਾਹਿਗੁਰੂ ਨੇ ਬਣਾਇਆ ਅਤੇ ਤੂੰ ਹੈ। ਜੇ ਕੋਈ ਕਾਇਰ ਹੈ, ਬੁੱਝਦੇ ਲੈ, ਉਹਨੂੰ ਆਪਾਂ ਪਛਾੜਦੇ ਹਾਂ, ਉਹ ਵਿਚਾਰਾ ਕੀ ਕਰੇ ਜੇ ਉਹਨੂੰ ਪਰਮੇਸ਼ਰ ਨੇ ਬਣਾਇਆ ਹੀ ਉੱਦਾਂ ਦਾ ਹੈ। ਇਸ ਕਰਕੇ ਕਹਿੰਦੇ ਜਿਉਂ ਤਿਸ ਦੀ ਵਡਿਆਈ ਆਪ ਕਰਾਈ, ਵਰਿਆਮ ਨਾ ਫੁੱਸੀ ਕੋਈ, ਕੋਈ ਵੀ ਫੁੱਸੀ ਨਹੀਂ ਹੈ। ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਈ। ਜਗ ਜੀਵਨ ਦਾਤਾ ਉਹ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ, ਜਗ ਦਾ ਜੀਵਨ ਆਸਰਾ ਆਤਮਾ ਰੂਪ ਚੇਤਨ ਰੂਪ ਹੈ, ਸਾਰਿਆਂ ਦੇ ਕਰਮ ਬਣਾਉਣ ਵਾਲਾ ਹੈ, ਵਿਧਾਤਾ ਹੈ। ਆਪੇ ਬਖਸ਼ੇ ਸੋਈ, ਆਪ ਹੀ ਉਹ ਬਖਸ਼ ਰਿਹਾ ਹੈ। ਗੁਰ ਪ੍ਰਸਾਦੀ ਆਪ ਗਵਾਈਐ, ਨਾਨਕ ਨਾਮ ਪਤ ਪਾਈ। ਗੁਰੂ ਦੀ ਕਿਰਪਾ ਨਾਲ ਆ ਜਿਹੜਾ ਸਾਡਾ ਝੂਠਾ ਆਪਾ ਹੈ, ਮੈਂ ਬੰਦਾ ਹਾਂ, ਮੈਂ ਇਸਤਰੀ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਮੈਂ ਜੱਟ ਹਾਂ, ਮੈਂ ਬਾਹਮਣ ਹਾਂ, ਮੈਂ ਨਾਈ ਹਾਂ, ਮੈਂ ਚਿਊਰ ਹਾਂ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਫਲਾਣੀ ਸੰਪਰਦਾ ਦਾ ਹਾਂ, ਫਲਾਣੀ ਮੇਰੀ ਪੋਜੀਸ਼ਨ ਹੈ। ਇਹ ਜਿਹੜੀ ਗੱਲ ਹੈ ਇਹਨੂੰ ਗਵਾਉਣਾ ਪੈਂਦਾ। ਇਹ ਸਾਰੀਆਂ ਚੀਜ਼ਾਂ ਆਪਣੇ ਸਰੀਰ ਦਾ, ਮਨ ਦਾ, ਬੁੱਧੀ ਦਾ, ਜਿੰਨਾ ਵੀ ਮੈਂ ਹੈ ਹੰਕਾਰ ਕਰਕੇ ਉਹ ਬਣਿਆ ਹੋਇਆ ਅਸਤਿਤਵ ਹੈ, ਇਹਨੂੰ ਗਵਾ ਲਈ। ਗੁਰੂ ਦੀ ਕਿਰਪਾ ਨਾਲ ਆਪ ਗਵਾਈ ਹੈ। ਨਾਨਕ ਨਾਮ ਪਤ ਪਾਈ। ਮਹਾਰਾਜ ਕਹਿੰਦੇ ਨਾਮ ਜਪ ਕੇ ਪਤ ਇੱਜ਼ਤ ਮਿਲਦੀ ਹੈ। ਕਿਹੜੀ ਮਿਲਦੀ ਹੈ? ਉਹ ਇੱਦਾਂ ਦੀ ਨਹੀਂ ਹੁੰਦੀ ਜਿੱਦਾਂ ਦੀ ਆਪਾਂ ਸਰੋਪੇ ਚੁੱਕੀ ਫਿਰਦੇ ਸੰਸਾਰ ਦੇ ਵਿੱਚ। ਇੱਜ਼ਤ ਜਿਹੜੀ ਇੱਜ਼ਤ ਨੂੰ ਅਸੀਂ ਇੱਜ਼ਤ ਸਮਝਦੇ ਇੱਦਾਂ ਦੀ ਨਹੀਂ ਹੁੰਦੀ, ਉਹ ਕੁਝ ਹੋਰ ਹੀ ਹੁੰਦੀ ਹੈ, ਉਹ ਮੰਡਲ ਹੀ ਹੋਰ ਹੁੰਦਾ। ਉੱਥੇ ਪਤ ਮਿਲਦੀ ਹੈ। ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਛੂ ਨਾ ਜਾਈ। ਆਪ ਹੀ ਕਰ ਰਿਹਾ ਸਾਰਾ ਕੁਝ, ਕਿਹਨੂੰ ਕੁਛ ਆਖੀਏ? ਕੁਛ ਕਰਨਾ ਕੀਤਾ ਜਾ ਹੀ ਨਹੀਂ ਸਕਦਾ। ਸਭ ਖੇਡ ਉਸੇ ਕਰਤੇ ਪੁਰਖ ਦੇ ਹੱਥ ਵਿੱਚ ਹੈ। ਜਿਹਨੂੰ ਬਖਸ਼ਣਾ, ਵਡਿਆਈ ਦੇਣੀ ਹੈ, ਆਪਣੇ ਲੜ ਲਾਣਾ, ਲਾ ਹੀ ਲਾਣਾ। ਅਤੇ ਜਿਨ੍ਹਾਂ ਨੂੰ ਨਹੀਂ ਲਖਣਾ, ਜ਼ੋਰ ਲਾ ਕੇ ਵੀ ਉਹ ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਉਸ ਪਰਮਾਤਮਾ ਦਾ ਭੇਦ ਕੋਈ ਪਾ ਨਹੀਂ ਸਕਦਾ। ਇਤਨੇ ਬਚਨ ਪ੍ਰਵਾਨ ਕਰਨੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਹ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ
ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ। ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਅਨੰਦ ਸੁਣੋ ਬੜ ਭਾਗੀ। ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ। ਗੁਰ ਤੇ ਜਾਣੀ, ਸੁਣਤੇ ਪੁਨੀਤ, ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਪਵਨ ਗੁਰੂ ਪਾਣੀ ਪਿਤਾ। ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।